ਭਾਰਤ ਦੇ ਉੱਤੇ ਸਾਨੂੰ ਮਾਣ ਸੀ, ਹੈ ਤੇ ਰਹੂਗਾ, ਕਿਉਂਕਿ ਅਸੀਂ ਇੱਥੇ ਜੰਮੇ ਆ, ਅਸੀਂ ਇੱਥੇ ਹੀ ਮਰ ਜਾਣਾ, ਅਸੀਂ ਇੱਥੇ ਹੀ ਕੰਮ ਕਰਦੇ ਆ। ਸਾਨੂੰ ਆਪਣੇ ਭਾਰਤ ਦੇ ਨਾਲ ਮਾਣ ਹੈ, ਪਿਆਰ ਹੈ, ਮੁਹੱਬਤ ਹੈ। ਭਾਰਤ ਇੰਡੀਆ ਦੇ ਨਾਲ ਪਿਆਰ ਹੈ, ਕਿਉਂਕਿ ਜਦੋਂ ਅਸੀਂ ਪਾਸਪੋਰਟ 'ਤੇ ਦੇਖਦੇ ਹਾਂ ਉਹਦੇ 'ਤੇ ਵੀ ਇੰਡੀਆ ਲਿਖਿਆ ਹੋਇਆ। ਜਦੋਂ ਅਸੀਂ ਦੇਖਦੇ ਹਾਂ ਕੋਈ ਹੋਰ ਚੀਜ਼, ਕੋਈ ਹੋਰ ਦਸਤਾਵੇਜ਼, ਉਹਦੇ ਉੱਤੇ ਵੀ ਇੰਡੀਆ ਲਿਖਿਆ ਹੋਇਆ। ਸਾਡੇ ਸੰਵਿਧਾਨ ਦੇ ਵਿੱਚ ਵੀ ਇੰਡੀਆ ਲਿਖਿਆ ਹੋਇਆ। ਸਾਡੇ ਨੋਟਾਂ ਦੇ ਉੱਤੇ ਵੀ ਰਿਜ਼ਰਵ ਬੈਂਕ ਆਫ ਇੰਡੀਆ ਲਿਖਿਆ ਹੋਇਆ। ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਇੰਡੀਆ ਲਿਖਿਆ ਹੋਇਆ। ਪਰ ਅੱਜ ਕੱਲ੍ਹ ਇੰਡੀਆ ਨੂੰ ਵੀ ਬਦਲਦੀਆਂ ਤਿਆਰੀਆਂ। ਕੱਲ੍ਹ ਤੱਕ ਅਸੀਂ ਇਹ ਵੇਖਦੇ ਸੀ ਕਿ ਫਲਾਣੀ ਸੜਕ ਦਾ ਨਾਂ ਬਦਲਤਾ, ਆਖੇ ਜੀ ਇਹ ਮੁਗਲਾਂ ਦੀ ਯਾਦ ਦਿਵਾਉਂਦੀ ਹੈ। ਅਸੀਂ ਜੀ ਫਲਾਣੀ ਏਅਰਪੋਰਟ ਦਾ ਨਾਂ ਬਦਲਤਾ, ਇਹ ਜੀ ਬਦਲਣਾ ਚਾਹੀਦਾ, ਕਿਉਂਕਿ ਸਾਨੂੰ ਆਪਣੇ ਦੇਸ਼ ਦੇ ਨਾਇਕਾਂ ਦੇ ਨਾਂ 'ਤੇ ਨਾਂ ਰੱਖਣੇ ਚਾਹੀਦੇ ਆ। ਫਲਾਣੇ ਜਿਹੜੇ ਰੇਲਵੇ ਸਟੇਸ਼ਨ ਦਾ ਨਾਂ ਬਦਲਤਾ, ਫਲਾਣੀ ਇਮਾਰਤ ਦਾ ਜਾਂ ਫਲਾਣੇ ਸ਼ਹਿਰ ਦਾ ਨਾਂ ਬਦਲਤਾ। ਹੁਣ ਭਾਈ ਇੰਡੀਆ ਦਾ ਨਾਂ ਹੀ ਬਦਲ ਦਿੱਤਾ ਗਿਆ। ਇੰਡੀਆ ਯਾਨੀ ਕਿ ਭਾਰਤ। ਇੰਡੀਆ ਸ਼ਬਦ ਤੋਂ ਕਹਿੰਦੇ ਵੀ ਹੁਣ ਨਾ ਕੋਫਤ ਜੀ ਆਉਂਦੀ ਆ। ਇੰਡੀਆ ਸਾਨੂੰ ਕਹਿੰਦੇ ਚੰਗਾ ਨਹੀਂ ਲੱਗਦਾ, ਇੰਡੀਆ ਨਾਂ ਨਹੀਂ ਰੱਖਣਾ ਗਾ। ਭਾਰਤ ਭਾਰਤ ਹੀ ਆ, ਹੈ ਤਾਂ ਇੰਡੀਆ ਇੰਡੀਆ ਹੀ ਆ, ਭਾਰਤ ਭਾਰਤ ਹੀ ਆ, ਸਾਡਾ ਵਤਨ ਵਤਨ ਹੀ ਆ, ਵਤਨ ਨੂੰ ਸਦਕੇ ਜਾਈਏ। ਪਰ ਗੱਲ ਇਹ ਵੀ ਉਹ ਕਹਿੰਦੇ ਨਾ ਹੁਣ ਆਪਾਂ ਇੰਡੀਆ ਨਹੀਂ, ਹੁਣ ਭਾਰਤ ਦੀ ਗੱਲ ਕਰਿਆ ਕਰਨੀ ਆ। ਪਰ ਹੁਣ ਇਸ ਕਰਕੇ ਵਿਵਾਦ ਪੈਦਾ ਹੋਇਆ ਕਿਉਂਕਿ ਇੰਡੀਆ ਸ਼ਬਦ ਦੀ ਥਾਂ ਦੇ ਉੱਤੇ ਪ੍ਰੈਜ਼ੀਡੈਂਟ ਆਫ ਭਾਰਤ ਲਿਖ ਕੇ ਭੇਜਿਆ ਗਿਆ ਦ੍ਰੋਪਦੀ ਮੁਰਮੂ ਜੀ ਨੂੰ। G20 ਸੰਮੇਲਨ ਹੋਣ ਜਾ ਰਿਹਾ, ਇਹਦੇ ਵਿੱਚ ਰਾਤ ਦੇ ਖਾਣੇ ਵਾਸਤੇ ਦ੍ਰੋਪਦੀ ਮੁਰਮੂ ਜੀ ਨੂੰ ਵੀ ਬੁਲਾਇਆ ਗਿਆ। ਉਹਨਾਂ ਨੂੰ ਭੇਜੇ ਗਏ ਸੱਦਾ ਪੱਤਰ ਦੇ ਉੱਤੇ ਲਿਖਿਆ ਹੋਇਆ ਪ੍ਰੈਜ਼ੀਡੈਂਟ ਆਫ ਭਾਰਤ। ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਸ ਗੱਲ ਦਾ ਮੁੱਦਾ ਚੱਕ ਲਿਆ ਵੀ ਹੁਣ ਇੰਡੀਆ ਵੀ ਬਦਲਣ ਲੱਗੇ ਹੋ, ਹੁਣ ਇੰਡੀਆ ਤੋਂ ਵੀ ਨਫ਼ਰਤ ਹੋ ਗਈ ਆ। ਇੰਡੀਆ ਗੱਠਜੋੜ ਅਸੀਂ ਕੀਤਾ, ਇਹਦੇ ਕਰਕੇ ਤਾਂ ਨਹੀਂ ਤੁਹਾਨੂੰ ਕੋਈ ਨਾ ਕੋਈ ਚੁਭਣ ਹੋਣ ਲੱਗ ਪਈ? ਕਿਤੇ ਇਹ ਨਾ ਹੋਵੇ ਵੀ ਸਾਨੂੰ ਵੀ ਮਜਬੂਰੀ ਦੇ ਵਿੱਚ ਆਪਣੇ ਗੱਠਜੋੜ ਦਾ ਨਾਂ ਭਾਰਤ ਕਰਨਾ ਪਵੇ। ਸੋ ਹੈਰਾਨੀ ਇਸ ਗੱਲ ਦੀ ਆ ਵੀ ਕਿੰਨੇ ਲੰਮੇ ਸਮੇਂ ਤੋਂ ਇੰਡੀਆ ਸ਼ਬਦ ਚੱਲਦਾ ਤੇ ਹੁਣ ਇਹ ਭਾਰਤ ਕਰਨ ਲੱਗੇ ਆ। ਆਮ ਆਦਮੀ ਪਾਰਟੀ ਨੇ ਤਾਂ ਇਹ ਵੀ ਗੱਲ ਕਹੀ ਹੈ ਵੀ ਭਾਈ ਨੋਟਬੰਦੀ ਦੂਹਰੀ ਵਾਰ ਹੋਈ ਆ। ਪਹਿਲਾਂ ਇਹਨਾਂ ਨੇ 500 ਵਾਲੇ ਤੇ 1000 ਵਾਲੇ ਨੋਟ ਬੰਦ ਕੀਤੇ ਸੀ। ਹੁਣ ਫਿਰ ਇਹਨਾਂ ਨੇ 2-2000 ਵਾਲੇ ਕਹਿੰਦੇ ਸਾਰੇ ਜਮ੍ਹਾਂ ਕਰਵਾ ਦਿਓ। ਤੇ ਹੁਣ ਇਹਨਾਂ ਨੇ 30 ਵਾਰ ਨੋਟਬੰਦੀ ਫੇਰ ਕਰਨੀ ਆ। ਉਹ ਕਿਉਂ? ਮੈਂ ਵੀ ਤਰਵ ਕੇ ਦੇਖਿਆ, ਮੈਂ ਕਿਹਾ ਯਾਰ ਦੇਸ਼ ਦੇ ਲੋਕਾਂ ਨੂੰ ਫਿਰ ਕਤਾਰਾਂ 'ਚ ਲੱਗਣਾ ਪੈਣਾ। ਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਗੱਲ ਕਹੀ ਆ, ਉਹ ਕਹਿੰਦੇ ਨੋਟਾਂ ਦੇ ਉੱਤੇ ਵੀ ਲਿਖਿਆ ਹੋਇਆ ਰਿਜ਼ਰਵ ਬੈਂਕ ਆਫ ਇੰਡੀਆ। ਤੇ ਇਹਨਾਂ ਨੇ ਜਦੋਂ ਇੰਡੀਆ ਨੂੰ ਭਾਰਤ ਕਰਨਾ ਤੇ ਭਾਈ ਨੋਟ ਇੱਕ ਵਾਰ ਫਿਰ ਸਾਰੇ ਜਮ੍ਹਾਂ ਕਰਵਾਉਣਗੇ ਕਤਾਰਾਂ ਦੇ ਵਿੱਚ ਲਾ ਕੇ ਲੋਕਾਂ ਨੂੰ, ਫਿਰ ਨਵੇਂ ਨੋਟ ਆਉਣਗੇ, ਉਹਨਾਂ ਦੇ ਉੱਤੇ ਲਿਖਿਆ ਹੋਊਗਾ ਰਿਜ਼ਰਵ ਬੈਂਕ ਆਫ ਭਾਰਤ। ਜੇ ਟੈਕਨੀਕਲ ਗੱਲ ਦੇਖੀਏ ਤਾਂ ਫਿਰ ਤਾਂ ਭਾਈ ਇੱਥੇ ਜਿੱਥੇ ਜਿੱਥੇ ਇੰਡੀਆ ਲਿਖਿਆ ਆਪਾਂ ਸਾਰੀਆਂ ਥਾਵਾਂ ਤੇ ਭਾਰਤ ਕਰਨਾ ਹੀ ਆ। ਤੇ ਫਿਰ ਸ਼ਾਇਦ ਨੋਟਾਂ ਦੀ ਵਾਰੀ ਵੀ ਆ ਜੇ, ਜਿਵੇਂ ਕਿ ਅੰਦਾਜ਼ਾ ਪੇਸ਼ ਕੀਤਾ ਗਿਆ। ਪਰ ਕੀ ਸੱਚੀ ਮੁੱਚੀ ਇੱਦਾਂ ਇੰਡੀਆ ਦਾ ਨਾਂ ਭਾਰਤ ਕਰਨ ਦੇ ਨਾਲ ਕੋਈ ਫਰਕ ਪੈਂਦਾ ਜਾਂ ਕੋਈ ਫਾਇਦਾ ਹੁੰਦਾ? ਜਿਹਦੇ ਦਿਲ ਦੇ ਵਿੱਚ ਸਤਿਕਾਰ ਵਸਿਆ ਭਾਰਤ ਦੇ ਲਈ, ਉਹ ਭਾਵੇਂ ਇੰਡੀਆ ਕਹੀ ਜਾਵੇ ਤੇ ਭਾਵੇਂ ਭਾਰਤ ਕਹੀ ਜਾਵੇ, ਸਤਿਕਾਰ ਤਾਂ ਸਤਿਕਾਰ ਹੀ ਆ। ਅਸੀਂ ਕਿੰਨੀਆਂ ਥਾਵਾਂ ਦੇ ਨਾਂ ਬਦਲਤੇ ਆ, ਉਹਦੇ ਨਾਲ ਫਰਕ ਕੀ ਪੈਂਦਾ? ਮੈਨੂੰ ਚੰਗੀ ਤਰ੍ਹਾਂ ਯਾਦ ਆ, ਫਰੀਦਕੋਟ ਦੇ ਵਿੱਚ ਇੱਕ ਚੌਂਕ ਦਾ ਨਾਂ ਬਦਲਿਆ ਸੀ। ਉਸ ਚੌਂਕ ਦਾ ਨਾਂ ਅੱਜ ਤੱਕ ਅਸੀਂ ਪੁਰਾਣੇ ਚੌਂਕ ਦੇ ਨਾਂ 'ਤੇ ਜਾਣਦੇ। ਸਾਨੂੰ ਨਹੀਂ ਪਤਾ ਵੀ ਭਾਈ ਨਵੇਂ ਚੌਂਕ ਨੂੰ ਕੋਈ 5% ਲੋਕ ਚੇਤੇ ਕਰਦੇ ਕਿ 10 ਨਾਂ ਨੂੰ ਚੇਤੇ ਕਰਦੇ ਉਸ ਨੂੰ। ਪਰ ਜਿਹੜੀ ਵੀ ਚੀਜ਼ ਬਣ ਜੇ ਜਿਹਦੇ ਬਾਰੇ ਅਸੀਂ ਦਹਾਕਿਆਂ ਤੱਕ ਜੰਮਣ ਤੋਂ ਲੈ ਕੇ ਤੇ ਆਖਰੀ ਸਾਹ ਤੱਕ ਜੋ ਸੁਣਦੇ ਆਏ ਹੋਈਏ, ਉਹ ਛੇਤੀ ਕਿਤੇ ਲੋਕਾਂ ਦੇ ਮਨਾਂ ਵਿੱਚੋਂ ਉਵੇਂ ਵਿਸਰਦੀ ਨਹੀਂ। ਸਾਡੇ ਲਈ ਇੰਡੀਆ ਹੋਵੇ ਭਾਰਤ ਹੋਵੇ ਇੱਕੋ ਗੱਲ ਆ, ਸਨਮਾਨਯੋਗ ਆ। ਪਰ ਇੰਡੀਆ ਗੱਠਜੋੜ ਵੀ ਆ ਗਿਆ ਨਾ, ਸ਼ਾਇਦ 2024 ਦੀਆਂ ਚੋਣਾਂ ਕਰਕੇ ਇੱਧਰ ਵੀ ਕੋਈ ਸਮੱਸਿਆ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। G20 ਵਾਸਤੇ ਰਾਤ ਦੇ ਖਾਣੇ ਦੇ ਸੱਦੇ ਦੇ ਉੱਤੇ ਪ੍ਰੈਜ਼ੀਡੈਂਟ ਆਫ ਭਾਰਤ ਲਿਖੇ ਜਾਣ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਆਮ ਆਦਮੀ ਪਾਰਟੀ ਦੇ ਮੈਂਬਰ ਸੰਜੇ ਸਿੰਘ ਨੇ ਇਸ ਮਾਮਲੇ ਦੇ ਉੱਤੇ ਬੀਜੇਪੀ ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇੰਜ ਲੱਗਦਾ ਮੋਦੀ ਸਰਕਾਰ ਤੀਜੀ ਵਾਰ ਫਿਰ ਨੋਟਬੰਦੀ ਕਰੇਗੀ, ਕਿਉਂਕਿ ਨੋਟਾਂ ਦੇ ਉੱਤੇ ਰਿਜ਼ਰਵ ਬੈਂਕ ਆਫ ਇੰਡੀਆ ਲਿਖਿਆ ਹੋਇਆ। ਇਹਨਾਂ ਨੋਟਾਂ ਤੋਂ ਵੀ ਇੰਡੀਆ ਹਟਾਇਆ ਜਾਵੇਗਾ ਤੇ ਲੋਕਾਂ ਨੂੰ ਕਿਹਾ ਜਾਊਗਾ ਕਿ ਪਹਿਲਾਂ ਪੁਰਾਣੇ ਨੋਟ ਜਮ੍ਹਾਂ ਕਰਵਾਓ ਤੇ ਫਿਰ ਤੁਸੀਂ ਨਵੇਂ ਨੋਟ ਲੈ ਸਕੋਗੇ। ਸੰਜੇ ਸਿੰਘ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਵਿਵਾਦ ਪੈਦਾ ਕੀਤਾ ਜਾ ਰਿਹਾ। ਉਹਨਾਂ ਦੋਸ਼ ਲਾਇਆ ਕਿ ਭਾਜਪਾ ਤੇ ਮੋਦੀ ਸਰਕਾਰ ਸੰਵਿਧਾਨ ਵਿੱਚੋਂ ਇੰਡੀਆ ਸ਼ਬਦ ਨੂੰ ਹਟਾਉਣਾ ਚਾਹੁੰਦੀ ਹੈ। ਇਸ ਦੀ ਸ਼ੁਰੂਆਤ RSS ਮੁਖੀ ਮੋਹਨ ਭਾਗਵਤ ਨੇ ਕੀਤੀ ਸੀ। ਉਹਨਾਂ ਕਿਹਾ ਕਿ ਇੰਡੀਆ ਸ਼ਬਦ ਨੂੰ ਹਟਾ ਦੇਣਾ ਚਾਹੀਦਾ। ਉਸ ਤੋਂ ਬਾਅਦ ਮੋਦੀ ਸਰਕਾਰ ਇਹ ਖਬਰਾਂ ਪੇਸ਼ ਕਰ ਰਹੀ ਹੈ ਕਿ ਇੰਡੀਆ ਸ਼ਬਦ ਨੂੰ ਸੰਵਿਧਾਨ ਦੇ ਵਿੱਚੋਂ ਗਾਇਬ ਕਰ ਦਿੱਤਾ ਜਾਵੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ, ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਬਾਬਾ ਸਾਹਿਬ ਤੋਂ ਇੰਨੀ ਨਫ਼ਰਤ ਕਿਉਂ ਆ? RSS ਤੇ ਭਾਜਪਾ ਦੇ ਵਿੱਚ ਨਿਰਾਸ਼ਾ ਹੈ ਕਿ ਉਹਨਾਂ ਨਾਲ ਜੁੜਿਆ ਕੋਈ ਵੀ ਚਿੰਤਕ ਨਹੀਂ ਬਣਿਆ। ਉਹ ਕੁਝ ਵੀ ਨਹੀਂ ਲਿਖ ਸਕੇ ਹਨ, ਇਸ ਲਈ ਉਹ ਪੁੱਛਦੇ ਰਹਿੰਦੇ ਨੇ ਕਿ ਬਾਬਾ ਸਾਹਿਬ ਦੀ ਲਿਖਤ ਨੂੰ ਕਿਵੇਂ ਹਟਾਇਆ ਜਾਵੇ। ਤੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਇੰਡੀਆ ਨੂੰ ਭਾਰਤ ਕਰਨ ਦੇ ਮਸਲੇ ਦੇ ਉੱਤੇ ਰਾਜਨੀਤੀ ਬਹੁਤ ਵੱਡੇ ਪੱਧਰ ਦੇ ਉੱਤੇ ਉੱਠੇਗੀ ਤੇ ਇਹਦੀ ਸ਼ੁਰੂਆਤ ਹੁਣ ਹੋ ਵੀ ਚੁੱਕੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੇਕਰ ਤੁਹਾਨੂੰ ਇਹ ਲੱਗਦਾ ਕਿ ਭਾਈ ਇੰਡੀਆ ਸ਼ਬਦ ਗਲਤ ਆ ਤੇ ਭਾਰਤ ਹੀ ਹੋਣਾ ਚਾਹੀਦਾ,
ਤਾਂ ਬੀਜੇਪੀ ਦੀ ਸਰਕਾਰ ਆ ਜਿਹੜੀ ਕੋਈ ਸਾਲ ਪਹਿਲਾਂ ਜਾਂ 1.5 ਸਾਲ ਪਹਿਲਾਂ ਨਹੀਂ ਆਈ, ਇਹ ਪੌਣੇ 10 ਸਾਲ ਪਹਿਲਾਂ ਆਈ ਆ। 9.5 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਹੁਣ ਤਾਂ ਦੂਜੀ ਵਾਰੀ ਵੀ ਖਤਮ ਹੋਣ ਲੱਗੀ ਆ, ਤੀਜੀ ਵਾਰੀ ਦੀ ਤਿਆਰੀ ਕਰ ਰਹੇ ਆ। ਤਾਂ ਇਹਨਾਂ ਨੇ ਭਾਈ ਇਸ ਤੋਂ ਪਹਿਲਾਂ ਮੇਕ ਇਨ ਇੰਡੀਆ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਸੀ। ਮਤਲਬ ਬਣਦਾ ਸਭ ਕੁਝ ਭਾਰਤ ਦੇ ਵਿੱਚ, ਬਣਾਵਾਂਗੇ ਭਾਰਤ ਦੇ ਵਿੱਚ, ਭਾਰਤ ਦੀ ਬਣਾਵਟ ਕੁਛ ਇਸ ਰੂਪ ਦੇ ਵਿੱਚ ਨਾਂ ਰੱਖ ਲੈਂਦੇ। ਤੁਸੀਂ ਉਦੋਂ ਕਿਹੜੀ ਗੱਲੋਂ ਮੇਕ ਇਨ ਇੰਡੀਆ ਨਾਂ ਰੱਖ ਲਿਆ? ਜਦੋਂ ਤੁਸੀਂ ਸ਼ਾਈਨਿੰਗ ਇੰਡੀਆ ਮੁਹਿੰਮ ਸ਼ੁਰੂ ਕੀਤੀ ਉਦੋਂ ਚਮਕਦਾ ਭਾਰਤ ਮੁਹਿੰਮ ਰੱਖ ਲੈਂਦੇ। ਤੁਸੀਂ ਉਦੋਂ ਇੰਡੀਆ ਸ਼ਬਦ ਦੀ ਵਰਤੋਂ ਕਿਉਂ ਕੀਤੀ? ਮਤਲਬ ਆਪ ਵੀ ਇੰਡੀਆ ਸ਼ਬਦ ਦੀ ਵਰਤੋਂ ਕੀਤੀ ਹੈ, ਪਰ ਹੁਣ ਇੰਡੀਆ ਸ਼ਬਦ ਠੀਕ ਨਹੀਂ ਲੱਗਦਾ। ਜੇਕਰ ਇੱਥੇ ਇੰਡੀਆ ਗੱਠਜੋੜ INDIA ਗੱਠਜੋੜ ਜਿਹਦੇ ਵਿੱਚ 26-27 ਪਾਰਟੀਆਂ ਜੁੜੀਆਂ ਹੋਈਆਂ, ਮੈਨੂੰ ਤਾਂ ਨਿੱਜੀ ਤੌਰ 'ਤੇ ਲੱਗਦਾ ਵੀ ਉਹਦੇ ਕਰਕੇ ਵੀ ਸ਼ਾਇਦ ਕੋਈ ਨਾ ਕੋਈ ਗੱਲ ਹੋਵੇ, ਕਿਉਂਕਿ ਲਗਾਤਾਰ ਚਰਚਾ ਇਸੇ ਗੱਲ ਦੀ ਚੱਲਦੀ ਸੀ ਕਿ ਇੰਡੀਆ ਤਾਂ ਗਲਤ ਆ। ਪਿੱਛੇ ਜਿਹੇ ਇੱਕ ਰਾਜਨੀਤਿਕ ਆਗੂ ਨੇ ਗੱਲ ਕਹੀ, ਕਹਿੰਦੇ ਵੀ ਇੰਡੀਆ ਗੱਠਜੋੜ ਨੂੰ ਕੌਣ ਪੁੱਛਦਾ, ਉਸ ਦਾ ਭਾਰਤ ਕਹਿੰਦੇ ਆ। ਤੇ ਉਸ ਤੋਂ ਪਹਿਲਾਂ ਜਿੰਨੀਆਂ ਵੀ ਚੋਣਾਂ ਲੜੀਆਂ ਉਹਨੇ ਇੰਡੀਆ ਕਹਿ ਕੇ ਲੜੀਆਂ। ਸੋ ਗੱਲ ਕੋਈ ਫਰਕ ਨਹੀਂ ਗਾ ਵੀ ਭਾਈ ਇੰਡੀਆ ਕਹਿਤਾ ਆ ਕਹਿਤਾ। ਹੁਣ ਕਹਿੰਦੇ ਵੀ ਭਾਈ ਈਸਟ ਇੰਡੀਆ ਕੰਪਨੀ ਦਾ ਝਲਕਾਰਾ ਪੈਂਦਾ ਕਿਉਂਕਿ ਇੰਡੀਆ ਸ਼ਬਦ ਅਸੀਂ ਤਾਂ ਹਟਾਉਣਾ ਚਾਹੁੰਦੇ ਹਾਂ। ਹੈਰਾਨੀ ਹੋ ਗਈ, ਹੱਦ ਹੋ ਗਈ ਇਸ ਗੱਲ ਦੇ ਉੱਤੇ ਵੀ ਭਾਰਤ ਦੇ ਵਿੱਚ ਬਾਕੀ ਤਾਂ ਸਾਰੇ ਕੰਮ ਹੋ ਹਟੇ ਸੀ, ਰੁਜ਼ਗਾਰ ਸਭ ਨੂੰ ਮਿਲ ਗਿਆ, ਨੱਕੋ ਨੱਕ ਦਾਨੇ ਭਰ ਗਏ ਆ, ਲੋਕਾਂ ਨੂੰ ਪੈਸੇ ਟਕੇ ਦੀ ਕੋਈ ਸਮੱਸਿਆ ਨਹੀਂ ਰਹਿ ਗਈ, ਦੇਸ਼ ਦੇ ਵਿੱਚ ਖੁਸ਼ਹਾਲੀ ਹੀ ਖੁਸ਼ਹਾਲੀ ਆ। ਤੇ ਭਾਈ ਹੁਣ ਇੱਕ ਨਾਂ ਬਦਲਣ ਵਾਲਾ ਰਹਿ ਗਿਆ ਸੀ ਕੰਮ, ਤੇ ਇਹ ਵੀ ਆਪਾਂ ਕਰਤਾ ਤੇ ਹੁਣ ਤਾਂ ਫਿਨਿਸ਼, ਗੱਲ ਖਤਮ ਹੋ ਗਈ। ਹੁਣ ਸਾਰਾ ਕੁਝ ਮੁਕੰਮਲ ਹੋ ਗਿਆ। ਆ ਹੁਣੇ ਆਪਾਂ 1150 ਰੁਪਏ ਤੋਂ 200 ਰੁਪਈਆ ਸਿਲੰਡਰ ਦਾ ਘਟਾਇਆ। ਉਹਦਾ ਨਾਂ ਭਾਵੇਂ ਇੰਡੀਆ ਰੱਖ ਲਓ, ਭਾਰਤ ਦਾ ਨਾਂ ਰੱਖ ਲਓ, ਭਾਵੇਂ ਸਿਲੰਡਰ ਦਾ ਨਾਂ ਕੋਈ ਹੋਰ ਰੱਖ ਲਓ, ਉਹਦੇ ਨਾਲ ਕੀ ਫਰਕ ਪੈਂਦਾ? ਲੋਕਾਂ ਦੀਆਂ ਲੋੜਾਂ ਦੀ ਪੂਰਤੀ ਵੱਲ ਖਿਆਲ ਨਾ ਕਰਿਓ। ਇਹਦਾ ਨਾਂ ਬਦਲਤਾ, ਉਹਦਾ ਨਾਂ ਬਦਲਤਾ, ਇਹਦਾ ਨਾਂ ਬਦਲਤਾ, ਇਹਨੂੰ ਐਂ ਕਰਤਾ, ਬਸ ਆਹ ਗੱਲ ਕਰੀ ਚੱਲ ਗਏ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਕਿਹਾ, ਉਹ ਕਹਿੰਦੇ ਵੀ ਜੇ ਮੰਨ ਲਓ ਇੰਡੀਆ ਗੱਠਜੋੜ ਦਾ ਨਾਂ ਬਦਲ ਕੇ ਅਸੀਂ ਭਾਰਤ ਕਰ ਲਿਆ, ਅਸੀਂ ਇੰਡੀਆ ਨੂੰ ਭਾਰਤ ਕਰਨ ਦੇ ਬਾਰੇ ਸੋਚ ਰਹੇ ਹਾਂ, ਤੇ ਇਹ ਨਾ ਹੋਵੇ ਕਿਤੇ ਇੰਡੀਆ ਦਾ ਨਾਂ BJP ਕਰ ਦਿੱਤਾ ਜਾਵੇ। ਸਰਕਾਰ ਆ, ਕੀ ਪਤਾ ਕਹੇ ਵੀ ਇੰਡੀਆ ਦਾ ਨਾਂ ਅੱਜ ਤੋਂ ਬਾਅਦ BJP ਹੋਇਆ ਕਰੂਗਾ। ਉਹ ਕਹਿੰਦੇ ਵੀ ਇੱਦਾਂ ਵੀ ਹੋ ਸਕਦਾ। ਰਾਘਵ ਚੱਡਾ ਨੇ ਵੀ ਇਹ ਗੱਲ ਕਹੀ ਆ। ਉਹ ਕਹਿੰਦੇ ਜੀ ਅਸੀਂ ਸੋਚ ਰਹੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਨਾ ਗੱਠਜੋੜ ਦਾ ਨਾਂ ਬਦਲ ਕੇ ਇੰਡੀਆ ਹੀ ਨਾਂ ਰੱਖਿਆ ਜਾਵੇ, ਭਾਰਤ ਕਰ ਦਿੱਤਾ ਜਾਵੇ। ਤੇ ਉਹ ਕਹਿੰਦੇ ਵੀ ਕਮ ਸੇ ਕਮ ਇਹਨਾਂ ਨੂੰ ਕੋਈ ਹੋਰ ਨਾਂ ਲੱਭਣਾ ਪਵੇ, ਫਿਰ ਇਹ ਕਿਸੇ ਹੋਰ ਪਾਸੇ ਨੂੰ ਤੁਰ ਪੈਣ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲਦੀਆਂ। ਭਾਰਤ ਨਾਂ ਵੀ ਬਹੁਤ ਸੋਹਣਾ, ਤੇ ਉਹਦਾ ਅੰਗਰੇਜ਼ੀਕਰਨ ਇੰਡੀਆ। ਤੇ ਇੰਡੀਆ ਦੇ ਬਾਰੇ ਆਪਾਂ ਹੁਣ ਤੱਕ ਕਦੇ ਸੁਣਿਆ ਤਾਂ ਹੈ ਨਹੀਂ ਸੀਗਾ ਵੀ ਭਾਈ ਇੰਡੀਆ ਦੇ ਵਿੱਚੋਂ ਕੋਈ ਝੌਲਾ ਇੱਦਾਂ ਪੈਂਦਾ ਨਫ਼ਰਤ ਵਾਲਾ, ਜਾਂ ਭਾਈ ਇਹ 'ਚ ਕਬਜ਼ੇ ਵਾਲਾ ਭਾਵਨਾ ਪੈਦਾ ਹੁੰਦੀ ਹੈ। ਪਰ ਭਾਈ ਹੁਣ ਚੋਣਾਂ ਸਿਰ ਦੇ ਉੱਤੇ ਝੌਲੇ ਵੀ ਪੈਣੇ ਆ, ਕਬਜ਼ੇ ਵੀ ਲੱਗਣੇ ਆ, ਮਾੜੇ ਨਾਂ ਵੀ ਲੱਗਣੇ ਆ, ਕਈ ਚੰਗੇ ਵੀ ਲੱਗਣੇ ਆ। ਪਰ ਭਾਈ ਕੰਮ ਕਰਕੇ ਦਿਖਾਓ। ਲੋਕਾਂ ਨੂੰ ਕੰਮ ਤੋਂ ਆਸਾਂ, ਲੋਕਾਂ ਦੇ ਲਈ ਕੰਮ ਕੀਤੇ ਹੁੰਦੇ ਤਾਂ ਗੱਲ ਹੋਰ ਹੁੰਦੀ, ਜਾਂ ਜੇਕਰ ਕੀਤੇ ਆ ਤਾਂ ਲੋਕ ਫੇਰ ਚੁਣ ਲੈਣਗੇ। ਪਰ ਇੱਕ ਧਰਮ ਦਾ ਮੁੱਦਾ ਤੇ ਇੱਕ ਨਾਵਾਂ ਦਾ ਮੁੱਦਾ, ਇਹ ਭਾਰਤ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਚੁਣੌਤੀ ਆ। ਮੈਂ ਅੱਗੇ ਵੀ ਗੱਲ ਸੋਚਦਾ ਹੁੰਦਾ ਵੀ ਭਾਰਤ ਦੇ ਵਿੱਚ ਕਈ ਸੂਬੇ ਤਾਂ ਐਸੇ ਵੀ ਆ ਜਿਹੜੇ ਇੱਕ ਧਰਮ ਵਿਸ਼ੇਸ਼ ਦੇ ਨਾਂ ਦੇ ਉੱਤੇ ਵੋਟਾਂ ਪਾ ਦਿੰਦੇ ਵੀ ਚਲੋ ਕੋਈ ਗੱਲ ਨਹੀਂ, ਬਸ ਆਹ ਗੱਲ ਆ ਤਾਂ ਆ ਲਓ, ਰੋਟੀ ਪੱਕਦੀ ਪੱਕੇ ਨਾ ਪੱਕੇ, ਘਰ ਦੇ ਵਿੱਚ ਖੁਸ਼ੀ ਹੈ ਜਾਂ ਨਹੀਂ ਹੈ ਇਹਦੀ ਕੋਈ ਪਰਵਾਹ ਨਹੀਂ, ਪਰ ਬਸ ਪਾ ਦਿਓ ਵੋਟਾਂ, ਕਿਉਂਕਿ ਧਰਮ ਦੀ ਗੱਲ ਹੈਗੀ ਆ। ਉਵੇਂ ਹੀ ਹੁਣ ਨਾਂ ਨੂੰ ਬਦਲੀ ਜਾਂਦੇ ਆ। ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ। ਵੇਖਦੇ ਆਪਾਂ ਹੀ ਆਉਂਦੇ ਸਮੇਂ ਦੇ ਵਿੱਚ ਇਹ ਮਾਮਲਾ ਕਿਹੜੇ ਮੋੜ ਕੱਟਦਾ। ਪਰ ਭਾਰਤ ਨਾ ਕਰ ਦੇਣਾ ਤੇ ਇੰਡੀਆ ਨਾ ਕਹਿੰਦੇ ਸੰਵਿਧਾਨ ਦੇ ਵਿੱਚੋਂ ਹਟਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ। ਸੰਵਿਧਾਨ ਲਿਖਿਆ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ, ਤੇ ਭੀਮ ਰਾਓ ਅੰਬੇਦਕਰ ਸਾਹਿਬ ਦੀ ਸੋਚ ਨੂੰ ਸਾਰੇ ਸਲਾਮ ਵੀ ਕਰਦੇ ਆ, ਪਰ ਸੰਵਿਧਾਨ ਦੇ ਮੁਤਾਬਕ ਚੱਲ ਵੀ ਨਹੀਂ ਕੋਈ ਰਿਹਾ। ਤੇ ਹਾਲੇ ਕਹਿੰਦੇ ਵੀ ਭਾਈ ਇਸ ਦਾ ਸਤਿਕਾਰ ਬਹੁਤ ਦਿੰਦੇ ਆ। ਕਦੇ ਹੈਰਾਨੀ ਹੁੰਦੀ ਹੈ ਵੀ ਭਾਈ ਮੰਨੀਏ ਕਿਹਦੀ ਤੇ ਨਾ ਕਿਹਦੀ ਮੰਨੀਏ, ਤੇ ਪਤਾ ਨਹੀਂ ਕਿਹੜੇ ਪਾਸੇ ਨੂੰ ਮਸਲਾ ਹੱਲ ਹੋਊਗਾ।